ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁਰੂ ਪਿਆਰਿਓ, ਅੱਜ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5ਵੇਂ ਅੰਗ ਦੀ ਵਿਆਖਿਆ ਸ਼ੁਰੂ ਕਰਨ ਜਾ ਰਹੇ ਹਾਂ ਅਤੇ ਚੌਥੇ ਅੰਗ ਦੀਆਂ ਆਖਰੀ ਪੰਕਤੀਆਂ ਵਿੱਚ ਗੁਰੂ ਸਾਹਿਬ ਇਸ ਸ੍ਰਿਸ਼ਟੀ ਦੀ ਰਚਨਾ ਬਾਰੇ ਬਿਆਨ ਕਰਦੇ ਹਨ ਕਿ ਇਹ ਜੋ ਸਾਰਾ ਯੂਨੀਵਰਸ ਹੈ ਉਹ ਕਦੋਂ ਬਣਿਆ, ਕਿਉਂ ਬਣਿਆ ਤੇ ਉਦੋਂ ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਜਾਂ ਸਮਾਂ ਸੀ। ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਇਸ ਦੇ ਬਾਰੇ ਸਿਰਫ ਉਹ ਅਕਾਲ ਪੁਰਖ ਹੀ ਜਾਣਦਾ ਹੈ ਜਿਸ ਨੇ ਇਸ ਨੂੰ ਬਣਾਇਆ ਹੈ। ਕੋਈ ਵੀ ਇਨਸਾਨ ਇਸ ਦਾ ਭੇਦ ਨਹੀਂ ਪਾ ਸਕਿਆ ਤੇ ਨਾ ਹੀ ਪਾ ਸਕੇਗਾ। ਤੇ ਹੁਣ ਸ਼ੁਰੂ ਕਰਦੇ ਹਾਂ 5ਵੇਂ ਅੰਗ ਦੀ ਵਿਆਖਿਆ। ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ। ਇਸ ਪੰਕਤੀ ਦੇ ਵਿੱਚ ਉਸ ਪਰਮਾਤਮਾ ਦੀ ਵਡਿਆਈ ਦੀ, ਉਸ ਦੇ ਗੁਣਾਂ ਦੀ ਗੱਲ ਹੀ ਹੋ ਰਹੀ ਹੈ ਤੇ ਇੱਥੇ ਗੁਰੂ ਨਾਨਕ ਦੇਵ ਜੀ ਆਪਣੇ ਆਪ ਨਾਲ ਇੱਕ ਸਵਾਲ ਕਰ ਰਹੇ ਨੇ ਕਿ ਮੈਂ ਕਿਵੇਂ ਉਸ ਅਕਾਲ ਪੁਰਖ ਦੀ ਵਡਿਆਈ ਬਾਰੇ ਦੱਸਾਂ, ਕਿਵੇਂ ਬਿਆਨ ਕਰਾਂ, ਕਿਵੇਂ ਉਸ ਦੀ ਸਿਫਤ ਸਲਾਹ ਕਰਾਂ ਤੇ ਕਿਵੇਂ ਉਸ ਦੀ ਸ੍ਰਿਸ਼ਟੀ ਦਾ ਵਰਣਨ ਕਰਾਂ ਤੇ ਸਮਝਾਂ, ਕਿਉਂਕਿ ਮੇਰੀ ਇੰਨੀ ਤਾਕਤ ਨਹੀਂ ਹੈ ਕਿ ਮੈਂ ਉਸ ਨੂੰ ਬਿਆਨ ਕਰ ਪਾਵਾਂ। ਤੇ ਗੁਰੂ ਸਾਹਿਬ ਕਹਿੰਦੇ ਕਿ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ, ਕਿ ਹੇ ਨਾਨਕ, ਇੱਥੇ ਹਰੇਕ ਜੀਵ ਆਪਣੇ ਆਪ ਨੂੰ ਦੂਜੇ ਤੋਂ ਸਿਆਣਾ ਸਮਝ ਕੇ ਉਸ ਅਕਾਲ ਪੁਰਖ ਦੀ ਵਡਿਆਈ ਕਰਨ ਦੀ, ਉਸ ਦੀ ਬਣਾਈ ਇਸ ਸ੍ਰਿਸ਼ਟੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਕਰ ਨਹੀਂ ਪਾਉਂਦੇ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ, ਕਿ ਉਹ ਅਕਾਲ ਪੁਰਖ, ਉਹ ਪਰਮਾਤਮਾ ਹੀ ਸਭ ਤੋਂ ਵੱਡਾ ਹੈ ਤੇ ਉਸ ਦੀ ਵਡਿਆਈ ਵੀ ਓਨੀ ਹੀ ਵੱਡੀ ਹੈ। ਇਸ ਸੰਸਾਰ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਸਭ ਉਸ ਦੇ ਕੀਤਿਆਂ ਹੀ ਹੋ ਰਿਹਾ ਹੈ। ਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ, ਕਿ ਹੇ ਨਾਨਕ, ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ ਉਸ ਅਕਾਲ ਪੁਰਖ ਦਾ ਅੰਤ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਗੁਰੂ ਦੇ ਦਰ ਤੇ ਨਹੀਂ ਸ਼ੋਭਦਾ। ਮਤਲਬ ਜੇ ਕੋਈ ਗੁਰੂ ਦੇ ਵਿੱਚ ਬਿਰਤੀ ਜੋੜਦਾ ਹੈ ਤੇ ਕੋਸ਼ਿਸ਼ ਕਰਦਾ ਹੈ ਗਿਆਨ ਪਾਉਣ ਦੀ, ਤਾਂ ਪਹਿਲੀ ਗੱਲ ਤਾਂ ਉਸ ਨੂੰ ਵੈਸੇ ਹੀ ਸਮਝ ਪੈ ਜਾਂਦੀ ਹੈ, ਉਸ ਨੂੰ ਗਿਆਨ ਹੋ ਜਾਂਦਾ ਹੈ। ਪਰ ਜਦੋਂ ਕੋਈ ਇਹ ਸੋਚ ਕੇ ਪਰਮਾਤਮਾ ਦੇ ਵਿੱਚ ਬਿਰਤੀ ਜੋੜਨ ਦੀ ਕੋਸ਼ਿਸ਼ ਕਰਦਾ ਹੈ ਕਿ ਮੈਂ ਉਸ ਦੇ ਬਾਰੇ ਸਾਰਾ ਕੁਝ ਹੀ ਜਾਣ ਲੈਣਾ ਹੈ, ਤਾਂ ਗੁਰੂ ਸਾਹਿਬ ਨੇ ਪਿਛਲੇ ਅੰਗ ਵਿੱਚ ਹੀ ਬਿਆਨ ਕੀਤਾ ਹੈ ਕਿ ਪਰਮਾਤਮਾ ਦੀ ਬੰਦਗੀ ਕਰਨ ਦਾ ਇਹ ਸਿੱਟਾ ਨਹੀਂ ਹੋ ਸਕਦਾ ਕਿ ਮਨੁੱਖ ਇਹ ਦੱਸ ਸਕੇ ਕਿ ਇਹ ਸ੍ਰਿਸ਼ਟੀ ਕਦੋਂ ਤੇ ਕਿਉਂ ਬਣੀ। ਅੱਗੇ ਚੱਲਦੇ ਹਾਂ। ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ, ਕਿ ਸਾਰੇ ਵੇਦ ਇੱਕ ਹੀ ਗੱਲ ਆਖਦੇ ਹਨ ਕਿ ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ। ਤੇ ਜਿਨ੍ਹਾਂ ਰਿਸ਼ੀਆਂ ਨੇ ਇਹ ਵੇਦ ਲਿਖੇ ਹਨ ਉਹ ਖੁਦ ਇਹਨਾਂ ਪਾਤਾਲਾਂ ਤੇ ਆਕਾਸ਼ਾਂ ਦਾ ਅੰਤ ਲੱਭਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਉਹਨਾਂ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕੀ। ਸਹਿਸ 18 ਕਹਿਣ ਕਤੇਬਾ ਅਸੁਲ ਇੱਕ ਧਾਤ। ਮੁਸਲਮਾਨ, ਈਸਾਈ, ਕ੍ਰਿਸਚਨਸ ਦੀਆਂ ਉਸ ਵੇਲੇ ਦੀਆਂ 4 ਕਿਤਾਬਾਂ ਜੋ ਕਿ ਕੁਰਾਨ, ਅੰਜੀਲ, ਤੌਰੇਤ ਅਤੇ ਜ਼ੰਬੂਰ, ਇਹਨਾਂ ਲਈ ਸ਼ਬਦ ਵਰਤਿਆ ਗਿਆ ਹੈ ਕਤੇਬਾ, ਕਿ ਕਤੇਬਾਂ ਆਖਦੀਆਂ ਹਨ ਕਿ ਕੁੱਲ 18,000 ਪਾਤਾਲ ਤੇ ਆਕਾਸ਼ ਹਨ ਜਿਨ੍ਹਾਂ ਦਾ ਮੁੱਢ ਇੱਕ ਅਕਾਲ ਪੁਰਖ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼, ਕਿ ਇਹਦਾ ਲੇਖਾ ਤਾਂ ਲਿਖੀਏ ਜੇ ਇਹ ਲਿਖਿਆ ਜਾ ਸਕਦਾ ਹੋਵੇ। ਇਹ ਜੋ ਕੁਦਰਤ ਹੈ ਇਹਦੇ ਲਈ ਇਹ 1000 ਤੇ ਲੱਖ ਸ਼ਬਦ ਤਾਂ ਇੱਕ ਮਾਮੂਲੀ ਗੱਲ ਹੈ। ਇਹ ਕਾਇਨਾਤ ਇੰਨੀ ਵਿਸ਼ਾਲ ਹੈ ਕਿ ਇਹਦੇ ਲਈ ਤਾਂ ਗਿਣਤੀ ਹੀ ਖਤਮ ਹੋ ਜਾਣੀ ਹੈ। ਵੀ ਲੇਖੈ ਹੋਏ ਵਿਨਾਸ਼, ਲੇਖਾਂ ਦਾ ਅੰਤ ਹੋ ਜਾਵੇਗਾ। ਨਾਨਕ ਵੱਡਾ ਆਖੀਐ ਆਪੈ ਜਾਣੈ ਆਪ, ਹੇ ਨਾਨਕ, ਜਿਸ ਅਕਾਲ ਪੁਰਖ ਨੂੰ ਸਾਰੇ ਜਗਤ ਵਿੱਚ ਵੱਡਾ ਆਖਿਆ ਜਾ ਰਿਹਾ ਹੈ ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ। ਸਾਲਾ ਹੀ ਸਾਲਾਹੇ ਏਤੀ ਸੁਰਤ ਨਾ ਪਾਈਆ, ਨਦੀਆ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ, ਕਿ ਅਨੇਕਾਂ ਹੀ ਮਨੁੱਖਾਂ ਨੇ ਉਸ ਦੀ ਸਿਫਤ ਸਲਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਮਨੁੱਖ ਉਸ ਦੀ ਵਡਿਆਈ ਕਰਦੇ ਕਰਦੇ ਉਸ ਦੇ ਵਿੱਚ ਸਮਾ ਗਏ ਹਨ, ਉਸ ਦੇ ਵਿੱਚ ਹੀ ਲੀਨ ਹੋ ਗਏ ਹਨ। ਜਿਵੇਂ ਕਿ ਨਦੀਆਂ ਤੇ ਨਾਲੇ ਸਮੁੰਦਰ ਵਿੱਚ ਪੈ ਕੇ ਉਸ ਦੇ ਵਿੱਚ ਹੀ ਸਮਾ ਜਾਂਦੇ ਹਨ ਪਰ ਉਸ ਦੀ ਥਾਂ ਨਹੀਂ ਲੈ ਸਕਦੇ, ਉਸੇ ਤਰ੍ਹਾਂ ਉਸ ਅਕਾਲ ਪੁਰਖ ਦੀ ਵਡਿਆਈ ਕਰਨ ਵਾਲੇ ਉਸ ਦੇ ਵਿੱਚ ਲੀਨ ਤਾਂ ਹੋ ਸਕਦੇ ਨੇ ਪਰ ਉਸ ਦੀ ਥਾਂ ਨਹੀਂ ਲੈ ਸਕਦੇ ਤੇ ਉਸ ਦਾ ਅੰਤ ਨਹੀਂ ਪਾ ਸਕਦੇ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਣੀ ਜੇ ਤਿਸ ਮੰਨੈ ਨਾ ਵਿਸਰੈ,
ਕਿ ਸਮੁੰਦਰਾਂ ਦੇ ਜੋ ਪਾਤਸ਼ਾਹ ਤੇ ਸੁਲਤਾਨ, ਜਿਨ੍ਹਾਂ ਦੇ ਖਜ਼ਾਨਿਆਂ ਵਿੱਚ ਪਦਾਰਥਾਂ ਅਤੇ ਧਨ ਦੇ ਪਹਾੜਾਂ ਜਿੱਡੇ ਢੇਰ ਲੱਗੇ ਹੋਏ ਹੋਣ, ਉਹ ਵੀ ਅਕਾਲ ਪੁਰਖ ਦੀ ਸਿਫਤ ਸਲਾਹ ਕਰਨ ਵਾਲੇ ਦੀਆਂ ਨਜ਼ਰਾਂ ਵਿੱਚ ਕੀੜੀ ਬਰਾਬਰ ਵੀ ਨਹੀਂ ਹੁੰਦੇ। ਪਰ ਇੱਥੇ ਇੱਕ ਸ਼ਰਤ ਇਹ ਵੀ ਹੈ ਕਿ ਉਹ ਖਜ਼ਾਨੇ ਉਦੋਂ ਤੱਕ ਹੀ ਕੀੜੀ ਤੋਂ ਛੋਟੇ ਲੱਗਣੇ ਹਨ ਜਦੋਂ ਤੱਕ ਉਹ ਮਨੁੱਖ ਆਪਣੇ ਮਨ ਵਿੱਚੋਂ ਉਸ ਪ੍ਰਭੂ ਨੂੰ ਨਹੀਂ ਵਿਸਾਰਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਇਸ ਪੰਕਤੀ ਵਿੱਚ ਫਿਰ ਤੋਂ ਉਸ ਅਕਾਲ ਪੁਰਖ ਦੇ ਗੁਣਾਂ ਦੀ ਤੇ ਉਸ ਦੀਆਂ ਵਡਿਆਈਆਂ ਦੀ ਹੀ ਗੱਲ ਹੋ ਰਹੀ ਹੈ ਕਿ ਉਸ ਦੀ ਸਿਫਤ ਸਲਾਹ ਅਤੇ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਸ ਦੇ ਗੁਣਾਂ ਨੂੰ ਗਿਣਿਆ ਨਹੀਂ ਜਾ ਸਕਦਾ। ਵੇਖਣ ਤੇ ਸੁਣਨ ਨਾਲ ਵੀ ਉਸ ਦੀਆਂ ਦਾਤਾਂ ਨੂੰ ਨਹੀਂ ਗਿਣਿਆ ਜਾ ਸਕਦਾ। ਉਸ ਦੇ ਮਨ ਅੰਦਰ ਕੀ ਚੱਲ ਰਿਹਾ ਹੈ ਉਸ ਨੂੰ ਨਹੀਂ ਸਮਝਿਆ ਜਾ ਸਕਦਾ। ਇਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਕਿ ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਕਿ ਅਕਾਲ ਪੁਰਖ ਨੇ ਜੋ ਇਹ ਸੰਸਾਰ ਬਣਾਇਆ ਹੈ, ਚਲੋ ਜਿੰਨਾ ਕਿ ਸਾਇੰਸ ਨੇ ਦੇਖਿਆ ਹੈ ਆਪਾਂ ਸਿਰਫ ਉਹਨਾਂ ਕੇ ਪਾਰਟ ਹੀ ਸਮਝ ਪਾਏ ਹਾਂ, ਪਰ ਇਸ ਦਾ ਅਸਲ ਆਕਾਰ ਕੀ ਹੈ, ਇਸ ਦਾ ਉਰਲਾ ਤੇ ਪਰਲਾ ਬੰਨਾ ਕੀ ਹੈ, ਇਸ ਗੱਲ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਆਪਣੇ ਮਨੁੱਖਾਂ ਦੀ ਸਮਝ ਤੋਂ ਪਰੇ ਹੈ। ਅੰਤ ਕਾਰਨ ਕੀਤੇ ਬਿਲ ਲਾਹੇ ਤਾਕੇ ਅੰਤ ਨਾ ਪਾਏ ਜਾਏ। ਕਿ ਕਈ ਮਨੁੱਖ ਉਸ ਅਕਾਲ ਪੁਰਖ ਦੀ ਹੱਦ ਲੱਭਣ ਲਈ ਤਰਲੇ ਪਾਉਂਦੇ ਹਨ, ਪਰ ਉਹ ਕਦੇ ਉਸ ਦਾ ਅੰਤ, ਉਸ ਦੀ ਹੱਦ ਨਹੀਂ ਲੱਭ ਸਕੇ। ਇਹ ਅੰਤ ਨਾ ਜਾਣੈ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਕਿ ਇਹ ਹੱਦ ਨੂੰ ਕੋਈ ਮਨੁੱਖ ਨਹੀਂ ਲੱਭ ਸਕਦਾ। ਇਸ ਨੂੰ ਜਿੰਨਾ ਮਨੁੱਖ ਜਾਣੇਗਾ ਉਨਾ ਹੀ ਹੋਰ ਜਾਣਨ ਦੇ ਲਈ ਅੱਗੇ ਰਾਸਤਾ ਖੁੱਲਦਾ ਜਾਂਦਾ ਹੈ, ਪਰ ਇਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਏਵੜ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ। ਇਹਨਾਂ ਪੰਕਤੀਆਂ ਦੇ ਅਰਥ ਵੀ ਬੜੇ ਸਪਸ਼ਟ ਜਿਹੇ ਹਨ ਕਿ ਉਸ ਪਰਮਾਤਮਾ ਦਾ ਜੋ ਨਾਮ ਹੈ ਉਹ ਬਹੁਤ ਵੱਡਾ ਹੈ ਤੇ ਉੱਚਾ ਹੈ। ਉਸ ਦਾ ਟਿਕਾਣਾ ਵੀ ਉੱਚਾ ਹੈ ਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਜੋ ਵੀ ਉਸ ਦੇ ਜਿੰਨਾ ਉੱਚਾ ਹੋਵੇ ਉਹੀ ਉਸ ਦਾ ਅੰਤ ਪਾ ਸਕਦਾ ਹੈ। ਕਿ ਜੋ ਵੀ ਪਾਵਰ ਉਸ ਦੇ ਜਿੰਨੀ ਵਿਸ਼ਾਲ ਹੋਵੇ ਉਹੀ ਉਸ ਦਾ ਅੰਤ ਜਾਂ ਉਸ ਦੇ ਬਾਰੇ ਜਾਣ ਸਕਦੀ ਹੈ। ਜੇਵੜ ਆਪੇ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਕਿ ਜੇਵੜ ਆਪੇ, ਉਹ ਅਕਾਲ ਪੁਰਖ ਕਿੰਨਾ ਕੁ ਵੱਡਾ ਹੈ, ਜਾਣੇ ਆਪ ਆਪ, ਉਹ ਆਪ ਹੀ ਜਾਣਦਾ ਹੈ। ਤੇ ਨਾਨਕ ਨਦਰੀ ਕਰਮੀ ਦਾਤ, ਕਿ ਹੇ ਨਾਨਕ ਜੋ ਵੀ ਬਖਸ਼ਿਸ਼ਾਂ ਮਿਲਦੀਆਂ ਹਨ, ਜੋ ਵੀ ਦਾਤਾਂ ਕਰਮਾਂ ਵਿੱਚ ਹਨ, ਉਹ ਸਭ ਉਸ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਹੀ ਮਿਲਦਾ ਹੈ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਤਮਾਏ ਸ਼ਬਦ ਦਾ ਅਰਥ ਹੈ ਲਾਲਚ। ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਅਕਾਲ ਪੁਰਖ ਦੀਆਂ ਦਾਤਾਂ ਇੰਨੀਆਂ ਵੱਡੀਆਂ ਹਨ ਕਿ ਉਹ ਲਿਖੀਆਂ ਨਹੀਂ ਜਾ ਸਕਦੀਆਂ, ਤੇ ਇੰਨੀਆਂ ਵੱਡੀਆਂ ਦਾਤਾਂ ਬਖਸ਼ਣ ਦੇ ਬਾਵਜੂਦ ਵੀ ਉਸ ਪਰਮਾਤਮਾ ਦੇ ਮਨ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਲਾਲਚ ਨਹੀਂ ਹੈ। ਕੇਤੇ ਮੰਗੈ ਜੋਧ ਅਪਾਰ, ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖਪਤ ਹੈ ਵਿਕਾਰ। ਕਿ ਅਣਗਿਣਤ ਯੋਧੇ ਅਤੇ ਹੋਰ ਵੀ ਕਈ ਉਸ ਅਕਾਲ ਪੁਰਖ ਦੇ ਦਰ ਤੋਂ ਮੰਗ ਰਹੇ ਨੇ, ਤੇ ਕੇਤਿਆ ਗਣਤ ਨਹੀਂ ਵਿਚਾਰ, ਕਿ ਉਹਨਾਂ ਦੀ ਗਿਣਤੀ ਤੇ ਵਿਚਾਰ ਨਹੀਂ ਕੀਤੀ ਜਾ ਸਕਦੀ। ਉਹ ਗਿਣੇ ਨਹੀਂ ਜਾ ਸਕਦੇ ਕਿ ਕਿੰਨੇ ਕੁ ਹਨ ਜੋ ਪਰਮਾਤਮਾ ਤੋਂ ਮੰਗ ਰਹੇ ਹਨ। ਕੇਤੇ ਖਪਤ ਹੈ ਵਿਕਾਰ, ਪਰ ਕਈ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਦਾਤਾਂ ਮਿਲੀਆਂ ਹੋਣ ਤੇ ਉਸ ਦੇ ਬਾਵਜੂਦ ਵੀ ਉਹਨਾਂ ਦਾ ਗਲਤ ਇਸਤੇਮਾਲ ਕਰ ਕਰਕੇ ਵਿਕਾਰਾਂ ਵਿੱਚ ਖਪੇ ਹੋਏ ਹਨ, ਫਸੇ ਹੋਏ ਹਨ। ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਏ। ਇਹਨਾਂ ਪੰਕਤੀਆਂ ਨੂੰ ਆਮ ਜ਼ਿੰਦਗੀ ਦੇ ਨਾਲ ਜੋੜ ਕੇ ਸਮਝਿਆ ਜਾ ਸਕਦਾ ਹੈ ਕਿ ਕਈ ਮਨੁੱਖ ਐਸੇ ਹੁੰਦੇ ਨੇ ਜੋ ਪਰਮਾਤਮਾ ਤੋਂ ਉਹਦੀਆਂ ਬਖਸ਼ਿਸ਼ਾਂ ਹੋਈਆਂ ਦਾਤਾਂ ਲੈ ਕੇ ਮੁੱਕਰ ਜਾਂਦੇ ਨੇ। ਜਦੋਂ ਉਹ ਮੁਸ਼ਕਿਲ ਦੇ ਵਿੱਚ ਹੁੰਦੇ ਨੇ ਉਦੋਂ ਅਰਦਾਸਾਂ ਕਰਦੇ ਨੇ ਕਿ ਸਾਨੂੰ ਮੁਸ਼ਕਿਲ ਦੇ ਵਿੱਚੋਂ ਕੱਢ ਦੇ, ਪਰ ਜਦੋਂ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਤਾਂ ਉਹ ਇਹ ਕਹਿੰਦੇ ਹਨ ਕਿ ਮੈਂ ਇਹ ਕੰਮ ਇਸ ਤਰੀਕੇ ਨਾਲ ਕੀਤਾ ਹੈ, ਮੈਂ ਮਿਹਨਤ ਕੀਤੀ ਹੈ, ਤਾਂ ਕਰਕੇ ਮੈਨੂੰ ਮੁਸ਼ਕਿਲ ਵਿੱਚੋਂ ਮੈਂ ਬਾਹਰ ਆਇਆ ਹਾਂ। ਤੇ ਕਈ ਇਹੋ ਜਿਹੇ ਮੂਰਖ ਮਨੁੱਖ ਹੁੰਦੇ ਹਨ ਜੋ ਬਖਸ਼ਿਸ਼ਾਂ ਲੈ ਕੇ ਖਾਂਦੇ ਰਹਿੰਦੇ ਹਨ, ਪਰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਉਹਨਾਂ ਦੇ ਯਾਦ ਹੀ ਨਹੀਂ ਹੁੰਦਾ। ਕੇਤਿਆ ਦੁਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਕਿ ਕਈ ਜੀਵ ਸਦਾ ਹੀ ਦੁੱਖਾਂ ਵਿੱਚ, ਕਲੇਸ਼ਾਂ ਵਿੱਚ, ਭੁੱਖ ਵਿੱਚ ਰਹਿੰਦੇ ਹਨ, ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਪਰਮਾਤਮਾ ਇਹ ਵੀ ਤੇਰੀ ਹੀ ਬਖਸ਼ਿਸ਼ ਹੈ, ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਕਰਕੇ ਹੀ
ਕੁਝ ਮਨੁੱਖ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਸਿੱਖਦੇ ਹਨ। ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਈ। ਬੰਦ ਖਲਾਸੀ ਭਾਣੇ ਹੋਏ ਪੰਕਤੀ ਦਾ ਅਰਥ ਹੈ ਕਿ ਮਾਇਆ ਤੇ ਮੋਹ ਦੇ ਬੰਧਨ ਤੋਂ ਜੇ ਛੁਟਕਾਰਾ ਪਾਉਣਾ ਹੈ ਤਾਂ ਉਸ ਦਾ ਇੱਕੋ ਇੱਕ ਰਾਸਤਾ ਹੈ ਉਸ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਚੱਲਣਾ, ਉਸ ਦੇ ਭਾਣੇ ਦੇ ਵਿੱਚ ਰਹਿਣਾ। ਤੇ ਹੋਰ ਆਖ ਨਾ ਸਕੈ ਕੋਈ, ਕਿ ਉਸ ਤੋਂ ਬਿਨਾਂ ਕੋਈ ਹੋਰ ਦੂਸਰਾ ਮਨੁੱਖ ਇਹ ਨਹੀਂ ਦੱਸ ਸਕਦਾ ਕਿ ਕਿਵੇਂ ਮਾਇਆ ਦੇ ਮੋਹ ਤੋਂ ਛੁਟਕਾਰਾ ਪਾ ਸਕਦੇ ਹੋਈਏ। ਜੇ ਕੋ ਖਾਏ ਆਖਣ ਪਾਏ, ਉਹ ਜਾਣੇ ਜੀਤੀਆ ਮੋਹ ਖਾਏ। ਕਿ ਜੇ ਕੋਈ ਮੂਰਖ ਮਨੁੱਖ ਇਹਨਾਂ ਮੋਹ ਮਾਇਆ ਦੇ ਚੱਕਰਾਂ ਚੋਂ ਬਾਹਰ ਨਿਕਲਣ ਦਾ ਕੋਈ ਹੋਰ ਤਰੀਕਾ ਵੀ ਦੱਸਦਾ ਹੈ, ਜਿਵੇਂ ਕਿ ਕੋਈ ਕਹਿ ਦੇਵੇ ਕਿ ਫਲਾਨਾ ਉਪਾਏ ਕਰ ਲਓ ਜਾਂ ਕੋਈ ਵੀ ਹੋਰ ਤਰੀਕਾ, ਤਾਂ ਗੁਰੂ ਸਾਹਿਬ ਲਿਖਦੇ ਨੇ ਕਿ ਉਹ ਜਾਣੇ ਜੀਤੀਆ ਮੋਹ ਖਾਏ। ਕਿ ਪ੍ਰਮਾਤਮਾ ਤੋਂ ਆਪਣੇ ਮੁਖ ਤੇ ਕਿੰਨੀਆਂ ਚੋਟਾਂ ਖਾਂਦਾ ਹੈ ਇਹ ਉਹੀ ਮਨੁੱਖ ਜਾਣਦਾ ਹੈ। ਤਾਂ ਸਿੱਟਾ ਇਹੀ ਨਿਕਲਦਾ ਹੈ ਕਿ ਦੁਨਿਆਵੀ ਢੰਗ ਤਰੀਕੇ ਵਰਤ ਕੇ ਅਸੀਂ ਇਸ ਮੋਹ ਮਾਇਆ ਦੇ ਚੱਕਰ ਚੋਂ ਨਹੀਂ ਨਿਕਲ ਸਕਦੇ, ਤੇ ਉਸ ਦਾ ਇੱਕੋ ਇੱਕ ਢੰਗ ਇਹੀ ਹੈ ਕਿ ਉਸ ਦੀ ਰਜ਼ਾ ਦੇ ਵਿੱਚ ਚੱਲਣਾ। ਆਪੇ ਜਾਣੇ ਆਪੇ ਦੇ, ਆਖੈ ਸੇ ਭੇ ਕਈ ਕੇ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਾਰੇ ਹੀ ਨਾ ਸ਼ੁਕਰੇ ਨਹੀਂ ਹੁੰਦੇ। ਅਨੇਕਾਂ ਹੀ ਮਨੁੱਖ ਇਹ ਗੱਲ ਵੀ ਆਖਦੇ ਹਨ ਕਿ ਉਹ ਅਕਾਲ ਪੁਰਖ ਆਪ ਹੀ ਸਭ ਦੀਆਂ ਲੋੜਾਂ ਨੂੰ ਜਾਣਦਾ ਹੈ ਤੇ ਆਪ ਹੀ ਸਭ ਨੂੰ ਦਾਤਾਂ ਦਿੰਦਾ ਹੈ। ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਸ ਮਨੁੱਖ ਨੂੰ ਅਕਾਲ ਪੁਰਖ ਸਿਫਤ ਸਲਾਹ ਬਖਸ਼ਦਾ ਹੈ ਤਾਂ ਉਹ ਮਨੁੱਖ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਸਿਫਤ ਸਲਾਹ ਹੀ ਸਭ ਤੋਂ ਵੱਡੀ ਬਖਸ਼ਿਸ਼ ਹੈ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਐ ਅਮੁੱਲ ਭੰਡਾਰ। ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਭਾਏ ਅਮੁੱਲਾ ਸਮਾਏ। ਇਹਨਾਂ ਪੰਕਤੀਆਂ ਵਿੱਚ ਉਸ ਅਕਾਲ ਪੁਰਖ ਤੇ ਉਸ ਦੀਆਂ ਦਾਤਾਂ, ਉਸ ਦੇ ਗੁਣਾਂ ਦੀ ਅਮੁੱਲਤਾ ਬਾਰੇ ਵਿਚਾਰ ਹੋ ਰਹੀ ਹੈ ਕਿ ਉਸ ਦੇ ਜੋ ਗੁਣ ਨੇ ਉਹ ਅਮੁੱਲ ਹਨ, ਭਾਵ ਉਹਨਾਂ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ, ਤੇ ਉਹਨਾਂ ਗੁਣਾਂ ਦਾ ਜੋ ਵਪਾਰ ਹੈ ਉਹ ਵੀ ਅਮੁੱਲਾ ਹੈ। ਹੁਣ ਇਹ ਵਪਾਰ ਕੀ ਹੈ? ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਕੋਈ ਵੀ ਵਪਾਰ ਵਿੱਚ ਕੋਈ ਮਨੁੱਖ ਕੋਈ ਚੀਜ਼ ਬਣਾਉਂਦਾ ਹੈ ਜਾਂ ਕਿਤੋਂ ਖਰੀਦ ਕੇ ਅੱਗੇ ਵੇਚਦਾ ਹੈ ਤੇ ਆਪਣਾ ਮੁਨਾਫਾ ਕਮਾਉਂਦਾ ਹੈ। ਉਸੇ ਤਰ੍ਹਾਂ ਜਿਹੜਾ ਮਨੁੱਖ ਅਕਾਲ ਪੁਰਖ ਤੋਂ ਗੁਣਾਂ ਦੀ ਦਾਤ ਪਾ ਲੈਂਦਾ ਹੈ ਅਤੇ ਉਹ ਅੱਗੇ ਉਹਨਾਂ ਗੁਣਾਂ ਨੂੰ ਵੰਡਦਾ ਹੈ ਤਾਂ ਉਹ ਮਨੁੱਖ ਵੀ ਉਹਨਾਂ ਗੁਣਾਂ ਦੀ ਤਰ੍ਹਾਂ ਅਮੁੱਲਾ ਹੋ ਜਾਂਦਾ ਹੈ। ਅਗਲੀ ਪੰਕਤੀ ਦੇ ਵਿੱਚ ਵੀ ਅਮੁੱਲਤਾ ਤੇ ਵਿਚਾਰ ਹੋ ਰਹੀ ਹੈ ਕਿ ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ। ਕਿ ਅਕਾਲ ਪੁਰਖ ਦਾ ਜੋ ਧਰਮ ਹੈ ਉਹ ਵੀ ਅਣਮੁੱਲਾ ਹੈ ਤੇ ਉਸ ਦਾ ਰਾਜ ਦਰਬਾਰ ਵੀ ਅਣਮੁੱਲਾ ਹੈ। ਜਿਹੜੀ ਤੱਕੜੀ ਵਿੱਚ ਉਹ ਜੀਵਾਂ ਦੇ ਚੰਗੇ ਮਾੜੇ ਤੋਲਦਾ ਹੈ ਉਹ ਤੱਕੜੀ ਵੀ ਅਣਮੁੱਲੀ ਹੈ ਤੇ ਉਸਦੇ ਸਾਰੇ ਵੱਟੇ ਵੀ ਅਣਮੁੱਲੇ ਨੇ। ਉਹਦੀਆਂ ਦਾਤਾਂ ਵੀ ਅਣਮੁੱਲੀਆਂ ਨੇ ਤੇ ਉਹਦੇ ਨਿਸ਼ਾਨ ਵੀ ਅਣਮੁੱਲੇ ਨੇ। ਉਸਦੇ ਫਰਮਾਨ ਵੀ ਅਣਮੁੱਲੇ ਨੇ ਤੇ ਉਸਦੇ ਜੋ ਕਰਮ ਹਨ ਉਹ ਵੀ ਅਣਮੁੱਲੇ ਹਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਕਿ ਜੋ ਅਕਾਲ ਪੁਰਖ ਹੈ ਉਹ ਅਮੁੱਲ ਤੋਂ ਵੀ ਅਮੁੱਲ ਹੈ, ਭਾਵ ਉਹ ਅੰਦਾਜ਼ਿਆਂ ਤੋਂ ਵੀ ਪਰੇ ਹੈ, ਤੇ ਜੋ ਵੀ ਮਨੁੱਖ ਉਸ ਦੇ ਵਿੱਚ ਲਿਵ ਜੋੜ ਜੋੜ ਕੇ ਉਸ ਦਾ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਦਾ ਹੈ, ਅੰਤ ਨੂੰ ਉਹ ਥੱਕ ਜਾਂਦਾ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5ਵੇਂ ਅੰਗ ਦੀਆਂ ਆਖਰੀ ਪੰਕਤੀਆਂ ਹਨ। ਆਖੈ ਵੇਦ ਪਾਠ ਪੁਰਾਣ, ਆਖੈ ਪੜੇ ਕਰੇ ਵਿਖਿਆਨ, ਆਖੈ ਬਰਮੇ ਆਖੈ ਇੰਦ, ਆਖੈ ਗੋਪੀ ਤੈ ਗੋਬਿੰਦ। ਕਿ ਵੇਦਾਂ ਦੇ ਵਿੱਚ ਵੀ ਅਕਾਲ ਪੁਰਖ ਦਾ ਅੰਦਾਜ਼ਾ ਲਾਇਆ ਗਿਆ ਹੈ। ਉਹਨਾਂ ਵੇਦਾਂ ਨੂੰ ਜੋ ਵਿਦਵਾਨ ਪੜ੍ਹਦੇ ਨੇ ਤੇ ਪੜ੍ਹ ਕੇ ਅੱਗੇ ਵਰਣਨ ਕਰਦੇ ਨੇ ਉਹ ਵੀ ਪਰਮਾਤਮਾ ਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦੇ ਨੇ। ਅਨੇਕਾਂ ਹੀ ਬ੍ਰਹਮਾ ਨੇ, ਅਨੇਕਾਂ ਹੀ ਇੰਦਰ ਨੇ, ਅਨੇਕਾਂ ਹੀ ਗੋਪੀਆਂ ਨੇ ਤੇ ਅਨੇਕਾਂ ਹੀ ਕਾਨੇ ਨੇ ਜੋ ਕਿ ਪ੍ਰਮਾਤਮਾ ਦੇ ਅੰਦਾਜ਼ੇ ਲਗਾਉਂਦੇ ਹਨ। ਤੇ ਇੱਥੇ ਹੀ 5ਵੇਂ ਅੰਗ ਦੀ ਸਮਾਪਤੀ ਹੁੰਦੀ ਹੈ। ਹਰ ਵਾਰ ਦੀ ਤਰ੍ਹਾਂ ਵੀਡੀਓ ਦੀ ਸਮਾਪਤੀ ਤੋਂ ਪਹਿਲਾਂ ਆਓ ਇੱਕ ਵਾਰ ਸਾਰਾਂਸ਼ ਜਾਣਦੇ ਹਾਂ। ਤਾਂ ਗੁਰੂ ਸਾਹਿਬ ਦਾ 5ਵਾਂ ਅੰਗ ਜੋ ਹੈ ਇਹ ਸਾਰਾ ਹੀ ਅਕਾਲ ਪੁਰਖ ਦੀ ਵਡਿਆਈ ਦੀ ਸਿਫਤ ਸਲਾਹ ਦੇ ਲਈ ਡੈਡੀਕੇਟਡ ਹੈ। ਆਪਾਂ ਪਹਿਲੇ ਅੰਗ ਤੋਂ ਪੜ੍ਹਦੇ ਆ ਰਹੇ ਹਾਂ ਕਿ ਉਹ ਅਕਾਲ ਪੁਰਖ, ਉਹ ਪ੍ਰਮਾਤਮਾ ਬੇਅੰਤ ਹੀ ਵੱਡਾ ਹੈ। ਉਸਦੇ ਗੁਣ ਨੇ ਜੋ ਉਹ ਵੀ ਬੇਅੰਤ ਨੇ, ਉਹ ਅਣਮੁੱਲਾ ਹੈ ਤੇ ਬੇਅੰਤ ਹੀ ਇਨਸਾਨਾਂ ਨੇ ਉਸ ਤੱਕ ਪਹੁੰਚਣ ਦੀ, ਉਸ ਦੇ ਅੰਤ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਕਦੇ ਸਫਲ ਨਹੀਂ ਹੋਏ।
ਉਸ ਦੀ ਜੋ ਸ੍ਰਿਸ਼ਟੀ ਹੈ ਉਹ ਇੰਨੀ ਕੁ ਵੱਡੀ ਹੈ ਕਿ ਉਸ ਨੂੰ ਜਿੰਨਾ ਜਾਣ ਲੈਂਦੇ ਹਾਂ ਓਨਾ ਹੀ ਕੁਝ ਅੱਗੇ ਜਾਣਨ ਲਈ ਹੋਰ ਦਿਖ ਪੈਂਦਾ ਹੈ। ਭਾਵ ਕਿ ਜਿੰਨਾ ਕਿ ਇਨਸਾਨਾਂ ਨੇ ਵਿਗਿਆਨ ਦੁਆਰਾ ਇਸ ਸ੍ਰਿਸ਼ਟੀ ਨੂੰ ਦੇਖਿਆ ਹੈ ਤੇ ਜਾਣਿਆ ਹੈ, ਓਨਾ ਹੀ ਕੁਝ ਅੱਗੇ ਹੋਰ ਪਤਾ ਲੱਗਦਾ ਜਾਂਦਾ ਹੈ। ਤੇ ਨਾਲ ਹੀ ਇਸ ਅੰਗ ਵਿੱਚ ਇਹ ਵੀ ਫਰਮਾਇਆ ਗਿਆ ਹੈ ਕਿ ਕੋਈ ਮਨੁੱਖ ਪਰਮਾਤਮਾ ਦੇ ਵਿੱਚ ਉਹਦੇ ਹੁਕਮ ਵਿੱਚ ਚੱਲ ਕੇ ਉਸ ਦੇ ਵਿੱਚ ਸਮਾ ਤਾਂ ਸਕਦਾ ਹੈ, ਪਰ ਉਸ ਅਕਾਲ ਪੁਰਖ ਦੀ ਥਾਂ ਨਹੀਂ ਲੈ ਸਕਦਾ। ਤੇ ਪਰਮਾਤਮਾ ਤੋਂ ਗੁਣ ਪਾ ਕੇ ਜੋ ਉਹਨਾਂ ਗੁਣਾਂ ਨੂੰ ਅੱਗੇ ਵੰਡਦਾ ਹੈ ਤਾਂ ਉਹ ਮਨੁੱਖ ਵੀ ਉਹਨਾਂ ਗੁਣਾਂ ਦੀ ਤਰ੍ਹਾਂ ਅਣਮੁੱਲਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਵੀਡੀਓ ਦੇ ਆਖਰ ਵਿੱਚ ਇੱਕ ਬੇਨਤੀ ਹੈ ਕਿ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਿਆ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਹਾਡੇ ਇੱਕ ਲਾਈਕ ਨਾਲ ਸਾਨੂੰ ਹੋਰ ਹੌਸਲਾ ਮਿਲਦਾ ਹੈ ਤੇ ਅਸੀਂ ਹੋਰ ਜ਼ਿਆਦਾ ਮਿਹਨਤ ਕਰਨ ਦੀ ਕੋਸ਼ਿਸ਼ ਐਵੇਂ ਹੀ ਜਾਰੀ ਰੱਖਾਂਗੇ। ਤੇ ਵਿਆਖਿਆ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਭੁੱਲ ਹੋਈ ਹੋਵੇ, ਕੋਈ ਸ਼ਬਦ ਗਲਤ ਲਿਖਿਆ ਗਿਆ ਹੋਵੇ ਜਾਂ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜਾਚਕ ਹਾਂ ਤੇ ਅਰਦਾਸ ਕਰਦੇ ਹਾਂ ਅਕਾਲ ਪੁਰਖ ਸੁਮਤ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।